ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 13ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਹਉਮੈ ਕਰ ਰਾਜੇ ਬਹੁਤ ਆਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੇ ਪੰਚ ਸੰਘਾਰੈ। ਅੰਤਰ ਸਾਚ ਸਹਿਜ ਘਰ ਆਵੈ, ਰਾਜਨ ਜਾਣ ਪਰਮ ਗਤ ਪਾਵੈ। ਸਚ ਕਰਨੀ ਗੁਰ ਭਰਮ ਚੁਕਾਵੈ, ਨਿਰਭਉ ਕੇ ਕਰ ਤਾੜੀ ਲਾਵੈ। ਹਉ ਹਉ ਕਰ ਮਰਨਾ ਕੀਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਝੁਕਾਵੈ। ਜੇਤੀ ਹੈ ਤੇਤੀ ਕਹਿ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹਉਮੈ ਕਰਦਿਆਂ ਧਾਰਮਿਕ ਭੇਖਾਂ ਦੁਆਰਾ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਜੀ, ਅਤੇ ਨਾ ਹੀ ਮੰਨਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਸਿੱਖਿਆ ਦੁਆਰਾ ਭਗਤੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਕਿਸੇ ਵਿਰਲੇ ਦਾ ਮਨ ਪਰਮਾਤਮਾ ਨਾਲ ਭਤੀਜਿਆ ਹੈ ਜੀ, ਭਾਵ ਜੁੜਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੰਕਾਰ ਕਰਨ ਨਾਲ ਸੱਚ ਭਾਵ ਸਤ ਸਰੂਪ ਪਰਮਾਤਮਾ ਨੂੰ ਪਰਮੇਸ਼ਰ ਨੂੰ ਨਹੀਂ ਮਿਲ ਸਕੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਦੇ ਮਰ ਜਾਣ ਭਾਵ ਨਸ਼ਟ ਹੋਣ ਖਤਮ ਹੋਣ ਨਾਲ ਹੀ ਪਰਮ ਪਦ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਕਰਦੇ ਹੋਏ ਕਈ ਰਾਜੇ ਇੱਕ ਦੂਜੇ ਨੂੰ ਆਪਣੇ ਅਧੀਨ ਕਰਨ ਲਈ ਬਹੁਤ ਜਾਨਲੇਵਾ ਧਾਵੇ ਭਾਵ ਹਮਲੇ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹ ਹਉਮੈ ਵਿੱਚ ਹੀ ਖਪਦੇ ਹਨ ਜੀ, ਅਤੇ ਹਉਮੈ ਵਿੱਚ ਹੀ ਮਰ ਜਾਂਦੇ ਹਨ ਜੀ, ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਨੂੰ ਵਿਚਾਰਨ ਨਾਲ ਹਉਮੈ ਖਤਮ ਹੁੰਦੀ ਹੈ ਜੀ, ਦੂਰ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਸਾਡੇ ਮਨ ਦੀ ਚੰਚਲ ਬੁੱਧੀ ਨੂੰ ਤਿਆਗਣ ਨਾਲ ਪੰਜ ਵਿਕਾਰ ਜੋ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਜੀ ਮਾਰੇ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਕਾਬੂ 'ਚ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖ ਸਾਧਕਾਂ ਦੇ ਹਿਰਦੇ ਅੰਦਰ ਸਤ ਸਰੂਪੀ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸਹਿਜ ਅਵਸਥਾ ਵਿੱਚ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸਰਬ ਸ੍ਰੇਸ਼ਟ ਰਾਜੇ ਨੂੰ ਭਾਵ ਸਰਬ ਸ੍ਰੇਸ਼ਟ ਰਾਜਾ ਭਾਵ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਛਾਣ ਕੇ ਪਰਮਗਤ ਭਾਵ ਮੋਕਸ਼ ਪ੍ਰਾਪਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂਆਂ ਦੀ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਤੋਂ ਪ੍ਰਾਪਤ ਹੋਈ ਸੱਚੀ ਜੀਵਨ ਜਾਚ ਗੁਰਮੁਖ ਜੀਵਾਂ ਦੇ ਮਨ ਵਿੱਚੋਂ ਉਹਨਾਂ ਦੇ ਭਰਮ ਭਾਵ ਪੰਜ ਵਿਕਾਰਾਂ ਨੂੰ ਖਤਮ ਕਰ ਦਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਾਧਕ ਗੁਰਮੁਖ ਨਿਰਭਉ ਪਰਮੇਸ਼ਰ ਦੇ ਸੱਚ ਸਰੂਪ ਵਿੱਚ ਆਪਣੇ ਸੁਰਤ ਜੋੜਦੇ ਹਨ ਜੀ,
ਭਾਵ ਆਪਣਾ ਮਨ ਲਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਉਮੈ ਕਰ ਕਰਕੇ ਮਰਨ ਵਾਲੇ ਦੱਸੋ ਕੀ ਪ੍ਰਾਪਤ ਕਰ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜੋ ਪੂਰੇ ਗੁਰੂ ਨੂੰ ਭਾਵ ਗੁਰਸ਼ਬਦ ਨਾਮ ਨੂੰ ਮਿਲ ਪੈਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰੂ ਰੂਪ ਗੁਰਸ਼ਬਦ ਨਾਮ ਉਹਨਾਂ ਦੇ ਅੰਦਰੋਂ ਹਉਮੈ ਦਾ ਤਣਾਅ, ਝਗੜਾ, ਅਸਰ ਹਉਮੈ ਦਾ ਅਸਰ ਖਤਮ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਤਨੀ ਸ੍ਰਿਸ਼ਟੀ ਸਾਨੂੰ ਦਿਸ ਰਹੀ ਹੈ ਜੀ, ਇਹ ਸਭ ਨਾਸ਼ਵੰਤ ਹੈ ਜੀ, ਭਾਵ ਕਿਸੇ ਕੰਮ ਦੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਗੁਰਮੁਖ ਜੋ ਗੁਰਮੁਖ ਸਾਧਕ ਹਨ ਜੀ, ਉਹ ਗੁਰੂ ਤੋਂ ਗਿਆਨ ਭਾਵ ਗੁਰਬਾਣੀ ਤੋਂ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਕਰਕੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਉਮੈ ਜੀਵ ਨੂੰ ਮਾਇਆਵੀ ਬੰਧਨਾਂ ਵਿੱਚ ਬੰਨ੍ਹ ਕੇ ਕਈ ਜੂਨਾਂ ਦੇ ਗੇੜ ਵਿੱਚ ਹਰਾਂਦੀ ਰਹਿੰਦੀ ਹੈ ਜੀ, ਘੁਮਾਉਂਦੀ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਹਉਮੈ ਤੋਂ ਰਹਿਤ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਕਰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹੀ ਸੱਚਾ ਸੁੱਖ ਪ੍ਰਾਪਤ ਕਰ ਸਕਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮ ਪਦ ਪ੍ਰਾਪਤ ਕਰਨ ਲਈ ਭਾਵ ਮਾਇਆਵੀ ਵਿਕਾਰਾਂ ਤੋਂ ਰਹਿਤ ਪਰਮੇਸ਼ਰ ਨਾਲ ਜੁੜਨ ਲਈ ਜਗਵਾਸੂਆਂ ਦੇ ਰਸਤੇ, ਗੁਰਮੁਖਾਂ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਉਹਨਾਂ ਦੀ ਹਉਮੈ ਹੰਕਾਰ ਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕਰਕੇ ਆਵਾਗਮਨ ਦੇ ਚੱਕਰ ਵਿੱਚ ਪਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਉਮੈ ਦੇ ਦੂਰ ਹੋਣ ਨਾਲ ਹੀ ਵਾਸਤਵਿਕ ਗੁਰਸ਼ਬਦ ਨਾਮ ਗਿਆਨ ਦੀ ਸੋਝੀ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੀ ਸਿੱਖਿਆ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਾਇਆਵੀ ਭਰਮ ਹੰਕਾਰ ਹਉਮੈ ਦੂਰ ਹੁੰਦਾ ਹੈ ਜੀ, ਅਤੇ ਮਾਨਸਿਕ ਤਣਾਅ ਖਤਮ ਹੁੰਦਾ ਹੈ ਜੀ। ਜਿਸ ਤਰ੍ਹਾਂ ਸਾਡੀ ਗੁਰਬਾਣੀ ਵਿੱਚ ਵੀ ਆਉਂਦਾ ਹੈ ਜੀ ਕਿ ਹਉਮੈ ਦੀਰਘ ਰੋਗ ਹੈ, ਇਸ ਸ਼ਬਦ ਦੀ ਇਸ ਪੰਕਤੀਆਂ ਵਿੱਚ ਵੀ ਗੁਰੂ ਜੀ ਦੱਸਦੇ ਹਨ, ਹਉਮੈ ਨਿਵਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਚ ਸੰਘਾਰੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਚ ਸੰਘਾਰੇ। ਭਾਵ ਹਉਮੈ ਕਰਦਿਆਂ ਕਰਦਿਆਂ ਮਨੁੱਖ ਸਾਰਾ ਜੀਵਨ ਇਸ ਤਰ੍ਹਾਂ ਹੀ ਗਵਾ ਲੈਂਦਾ ਹੈ ਜੀ। ਉਸ ਨੂੰ ਨਿਵਾਰ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗ ਕੇ ਤਾਂ ਹੀ ਹਉਮੈ ਖਤਮ ਹੋਣੀ ਹੈ ਜੀ, ਅਤੇ ਸਾਡੇ ਚੰਚਲ ਮਨ ਕਾਬੂ ਵਿੱਚ ਆਉਣਾ ਹੈ ਜੀ। ਮਾਇਆਵੀ ਵਿਕਾਰ ਖਤਮ ਹੋਣੇ ਹਨ ਜੀ, ਅਤੇ ਸਾਡਾ ਮਨ, ਇਹ ਚੰਚਲ ਮਨ ਜੋ ਚਾਰੇ ਪਾਸੇ ਦੌੜ ਰਿਹਾ ਹੈ ਜੀ, ਉਹ ਵੀ ਤਾਂ ਹੀ ਕਾਬੂ ਜਾਣਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਨ ਲਈ ਗੁਰਸ਼ਬਦ ਗੁਰਬਾਣੀ ਨਾਮ ਅਤੇ ਨਿਮਰਤਾ ਦੀ ਦਾਤ ਹੀ ਇੱਕ ਵੱਡੀ ਪ੍ਰਾਪਤੀ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਸਿਮਰਨ
ਅਤੇ ਪ੍ਰੇਮ ਭਗਤੀ ਦੁਆਰਾ ਹੀ ਪਰਮਗਤ ਨੂੰ ਪ੍ਰਾਪਤ ਕਰ ਸਕਦੇ ਹਨ ਜੀ, ਜੋ ਕਿ ਸੱਚਾ ਸੁੱਖ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।